दैनिक सवेरा देख रहे देश विदेश के दर्शकों का स्वागत। न्यूज़ रूम तो मैं रचना। किसानी संघर्ष ਨੂੰ ਅੱਜ 18 दिन हो चुके ने ਤੇ लगातार किसानों का अंदोलन जोश फड़दा जा रहा है ਤੇ देश के कोने-कोने तो किसान इस अंदोलन नाल जुड़ रहे ने। पर दूजे पासे सरकार वालों भी इस अहम मुद्दे ते कोई फैसला नहीं लिया जा रहा, जिस दे रोस वजों किसानों ने ट्रैक्टर मार्च कढ़िया ते दिल्ली जयपुर हाईवे बंद कर दिता। उधर दूजे पासे पंजाब भाजपा के सारे लीडरां ने अमित शाह नाल मुलाकात तां कीती, पर अजे यह खुलासा नहीं होया कि गलबात किस मुद्दे ते हुई। पर हुण 32 किसान जथेबंदियां वालों देश व्यापी भुख हड़ताल ते बैठण दा फैसला किया गया है, जिस विच आम आदमी पार्टी भी 14 दिसंबर नूं भुख हड़ताल विच किसानां दा साथ देवेगी। इस तों इलावा भगवंत मान वालों एक प्रेस कॉन्फ्रेंस की गई, जिस विच उन्हां ने सीएम कैप्टन नूं भाजपा नाल रल के अंबानियां नाल वपारिक करार करन वाला आख्या ते कहा कि इस कारण ही अजे तक कैप्टन अमरिंदर किसानां दे अंदोलन च उन्हां दा साथ देन नहीं पहुंचे। किसानी अंदोलन ਨੂੰ ਅੱਜ ਪੂਰੇ 18 ਦਿਨ ਹੋ ਚੁੱਕੇ ਨੇ। ਕਿਸਾਨਾਂ ਦਾ ਇਹ ਅੰਦੋਲਨ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਦੱਸ ਦਈਏ ਕਿ ਹੁਣ ਕਿਸਾਨਾਂ ਨੇ ਸਰਕਾਰ ਤੇ ਦਬਾਅ ਪਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। 32 ਕਿਸਾਨ ਜਥੇਬੰਦੀਆਂ ਵੱਲੋਂ ਭੁੱਖ ਹੜਤਾਲ ਤੇ ਬੈਠਿਆ ਜਾਏਗਾ ਤੇ ਉੱਥੇ ਹੀ ਹੁਣ ਕਿਸਾਨਾਂ ਵੱਲੋਂ ਦਿੱਲੀ ਦੇ ਨਾਲ-ਨਾਲ ਰਾਜਸਥਾਨ ਦੇ ਬਾਰਡਰ ਸ਼ਾਹਜਹਾਨਪੁਰ ਨੂੰ ਬੰਦ ਕਰਵਾਉਣ ਦੀ ਤਿਆਰੀ ਖਿੱਚ ਰਹੀ ਹੈ ਤੇ ਵੱਡੀ ਤਾਦਾਦ 'ਚ ਲੋਕ ਬਾਰਡਰ ਉੱਤੇ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ। ਤੇ ਦੂਜੇ ਪਾਸੇ ਸਰਕਾਰ ਵੱਲੋਂ ਸੁਰੱਖਿਆ ਕਰਮੀਆਂ ਨੂੰ ਵੀ ਤੈਨਾਤ ਕੀਤਾ ਗਿਆ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਲਗਾਏ ਗਏ ਨੇ। ਦਿੱਲੀ ਬਾਰਡਰਾਂ ਤੇ ਡਟੇ ਕਿਸਾਨਾਂ ਵੱਲੋਂ ਹਾਰ ਨਾ ਮੰਨਦਿਆਂ ਹੋਇਆ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਤੇ ਦੇਸ਼ ਵਿਦੇਸ਼ ਦੇ ਕਿਸਾਨ ਵੀ ਇਸ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਕਿਸਾਨਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਜਬੂਰ ਕੀਤਾ ਜਾਏ। ਉੱਥੇ ਹੀ ਕਿਸਾਨ ਆਗੂ ਬਲਦੇਵ ਸਿਰਸਾ ਨੇ ਕਿਹਾ ਕਿ ਇਹ ਅੰਦੋਲਨ ਪੰਜਾਬ ਹਰਿਆਣੇ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਬਣ ਚੁੱਕਿਆ ਹੈ। ਇਸ ਦੇ ਨਾਲ ਹੀ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਇਸ ਅੰਦੋਲਨ ਨੂੰ ਫੇਲ ਕਰਨ ਲਈ ਸਰਕਾਰ ਵੱਲੋਂ ਕੁਝ ਸ਼ਰਾਰਤੀ ਅੰਸਰ ਭੇਜੇ ਗਏ ਸੀ, ਪਰ ਸਰਕਾਰ ਇਸ ਵਿੱਚ ਨਾਕਾਮ ਰਹੀ ਤੇ ਇਹ ਅੰਦੋਲਨ ਹੋਰ ਤੇਜ਼ ਹੋ ਗਿਆ ਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਅਸੀਂ ਵਾਪਸ ਨਹੀਂ ਜਾਵਾਂਗੇ। ਗੱਲਾਂ ਨਾ ਮੰਨੀਆਂ ਤੇ ਹੋਰ ਵੀ ਜਿਹੜੇ ਦਿੱਲੀ ਦੇ ਬਾਰਡਰ ਨੇ ਉਹ ਵੀ ਸੇਲ ਕੀਤੇ ਜਾਣਗੇ। ਤੁਸੀਂ ਵੇਖਦੇ ਜਾਓ, ਉਹ ਜਿਵੇਂ ਕਹਤੇ ਆ ਦੇਖੋ ਆगे आगे क्या होता है। ਗੱਲ ਉਹੀ ਹੈ। ਹੁਣ ਜਿਸ ਤਰ੍ਹਾਂ ਉੱਥੇ ਕਿਸਾਨ ਸ਼ੁਰੂ ਹੋ ਗਏ, ਜੈਪੁਰ ਦਿੱਲੀ ਮੇਨ ਜਿਹੜਾ ਰੋਡ ਹੈ ਉਹ ਵੀ ਬੰਦ ਕਰਨ ਦੀਆਂ ਜਿਹੜੀਆਂ ਪੁਲ ਤਿਆਰੀਆਂ ਨੇ ਉੱਥੇ ਪਹੁੰਚਣੇ ਕਿਸਾਨ ਸ਼ੁਰੂ ਹੋ ਗਏ ਨੇ। ਔਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਅਪੀਲ ਕਰਾਂਗਾ ਕਿ ਜਿਹੜਾ ਉਧਰ ਰੁਕੇ ਜਿਹੜੇ ਰਾਜਸਥਾਨ MP ਜਾਂ ਬਾਕੀ ਛੱਤੀਸਗੜ੍ਹ ਤੋਂ ਵੀ ਮੈਨੂੰ ਫੋਨ ਆ ਰਹੇ ਸੀ ਵੀ ਅਸੀਂ ਵੀ ਆ ਰਹੇ ਹਾਂ, ਕੁਝ ਪਹੁੰਚ ਚੁੱਕੇ ਨੇ, ਉਹ ਸਾਰੇ ਲੋਕ ਆ ਰਹੇ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਆਪੋ ਆਪਣੀਆਂ ਟਰਾਲੀਆਂ ਜਿਹੜਾ ਉਹਨਾਂ ਨੂੰ ਨੇੜੇ ਇਲਾਕਾ ਲੱਗਦਾ ਜਿਹਨਾਂ ਕਿਸਾਨਾਂ ਨੂੰ ਉਹ ਉੱਥੇ ਪਹੁੰਚਣ, ਤਾਂ ਕਿ ਅਸੀਂ ਜੋ ਕਮੇਟੀ ਵੱਲੋਂ ਕੀਤੇ ਹੋਏ ਫੈਸਲੇ ਨੇ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕਰ ਸਕੀਏ ਤੇ ਸਰਕਾਰ ਨੂੰ ਇਹ ਦੱਸ ਦਈਏ ਕਿ ਤੂੰ ਜਿੰਨਾ ਚਿਰ ਮਰਜ਼ੀ ਲਕਾ ਲਾ, ਇਹ ਲਮਕਾ ਲਾ ਇਸ ਕੇਸ ਨੂੰ। ਸਭ ਤੋਂ ਵੱਡੀ ਗੱਲ ਜੋ ਕਿ ਤੁਹਾਡੇ ਸਾਹਮਣੇ ਸਰਕਾਰ ਦੀ ਨੀਅਤ ਤੇ ਨੀਤੀ ਉਹ ਸਪਸ਼ਟ ਕਰਤੀ ਹੈ ਔਰ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਤੁਹਾਡੀਆਂ ਜਿਹੜੀਆਂ ਇਹ ਸਾਜ਼ਿਸ਼ਾਂ ਨੇ ਇਹ ਕਾਮਯਾਬ ਨਹੀਂ ਹੋਣਗੀਆਂ। ਜਿਵੇਂ ਕਿ ਤੁਸੀਂ ਇੱਥੇ ਲੜਕੇ ਤੇ ਲੜਕੀਆਂ ਭੇਜੇ ਇਸ ਸੰਘਰਸ਼ ਨੂੰ ਜਿਹੜਾ ਉਹ ਤਾਰਪੀਡੋ ਕਰਨ ਲਈ, ਇਹਨੂੰ ਫੇਲ ਕਰਨ ਲਈ, ਉਹ ਤੁਹਾਡੇ ਮਨਸੂਬੇ ਧਰੇ ਧਰਾਏ ਰਹਿ ਗਏ। ਹੁਣ ਪਤਾ ਕੀ ਕਹਿ ਰਹੇ, ਹੁਣ ਕਹਿੰਦੇ ਨੇ ਪ੍ਰਸ਼ਾਸਨ ਅਧਿਕਾਰੀ, ਉਹ ਇਹ ਗੱਲ ਕਹਿ ਰਿਹਾ ਜੀ ਬਲਦੇਵ ਸਿੰਘ ਸਰਸਾ ਜਿਹੜਾ ਨਾ ਇਹ ਸਾਡੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬਿਨਾਂ ਵਜ੍ਹਾ ਤੋਂ ਬਦਨਾਮ ਕਰ ਰਿਹਾ। ਸਾਡੀ ਕੋਈ ਐਸੀ ਮਨਸਾ ਨਹੀਂ, ਅਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਕਰਾ। ਤੇ ਮੈਂ ਉਹਨਾਂ ਨੂੰ ਚੈਲੰਜ ਕਰਤਾ ਕਿ ਚੈਲੰਜ ਵੀ ਕਿਹਨੂੰ ਕੀਤਾ, ਭਾਰਤ ਦੇ ਗ੍ਰਹਿ ਮੰਤਰੀ ਨੂੰ ਸ੍ਰੀ ਅਮਿਤ ਸ਼ਾਹ ਨੂੰ। ਤੇ ਅਮਿਤ ਸ਼ਾਹ ਜੀ ਜਿਹੜੇ ਬੰਦੇ ਮੈਂ ਹੁਣ ਤੱਕ ਫੜਾਏ ਨੇ, ਜਿਹੜੇ ਡਰਾਉਣਾ ਵਾਲੇ, ਜਿਹੜੇ ਚੋਰ ਚਾਰ ਫੜਾਏ ਨੇ, ਉਹਨਾਂ ਦੀ ਗੱਲ ਨਹੀਂ ਮੈਂ ਕਰਦਾ, ਕਿਉਂਕਿ ਭੀੜਾਂ ਦੇ ਵਿੱਚ ਚੋਰ ਜੇਬ ਕਤਰੇ ਉਹ ਆਮ ਹੀ ਇਸ ਤਰ੍ਹਾਂ ਦੀਆਂ ਭੀੜਾਂ ਦੇ ਨਜਾਇਜ਼ ਫਾਇਦੇ ਉਠਾਉਂਦੇ ਨੇ। ਪਰ ਇੱਥੇ ਜੇ ਭੀੜ ਵੀ ਇਕੱਠੀ ਹੋਈ ਆ ਤੇ ਇਹ ਸਰਕਾਰ ਦੀ ਬਦੌਲਤ ਹੈ, ਸਰਕਾਰ ਦੋਸ਼ੀ ਹੈ। ਦੂਸਰੀ ਗੱਲ ਜਿਹੜੇ ਕਿ ਮੈਂ ਫੜਾਏ ਨੇ ਡਰਾਉਣਾ ਵਾਲੇ, ਲੜਕੀਆਂ ਮੈਂ ਫੜਾਈਆਂ ਨਹੀਂ, ਉਹ ਮੇਰੀ ਆਪਣੀ ਇੱਕ ਸੋਚ ਸੀ ਕਿ ਮੈਂ ਲੜਕੀਆਂ ਕਿਉਂ ਉਹ ਫੜਾਉਂਦਾ ਤੇ ਲੜਕੀਆਂ ਦਾ ਜੀਵਨ ਦਾ ਉਹਨਾਂ ਦਾ ਜਿਹੜਾ ਭਵਿੱਖ ਖਰਾਬ ਹੋ ਸਕਦਾ ਸੀ, ਮਾਂ-ਬਾਪ ਦੀ ਮਿੱਟੀ ਪਲੀਤ ਹੁੰਦੀ, ਇਸ ਕਰਕੇ ਨਹੀਂ ਫੜਾਈਆਂ। ਸਾਡਾ ਇੱਕ ਸਿਧਾਂਤ ਹੈ। ਦੂਸਰੀ ਗੱਲ ਜਿਹੜੇ ਲੜਕੇ ਫੜਾਏ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਸਾਡੇ ਮੁਲਾਜ਼ਮ, मैं उन्होंने बारे उन्होंने को डॉक्यूमेंट मंगे ने
ਅਜੇ ਤੱਕ ਮੈਨੂੰ ਨਹੀਂ ਦਿੱਤੇ। ਇੱਕ ਡਰਾਉਣ ਅਜੇ ਮੇਰੇ ਕੋਲ ਹੈ, ਐਪਲੀਕੇਸ਼ਨ ਮੈਂ ਦੇ ਆ, ਉਹ SHO ਮੇਰੇ ਕੋਲੋਂ ਡਰਾਉਣ ਮੰਗਦਾ, ਮੈਂ ਕਹਿੰਦਾ ਦਵਾਂਗਾ ਡਰਾਉਣ, ਇੱਕ ਹੱਥ ਦੇ ਇੱਕ ਹੱਥ ਲੈ, ਡਰਾਉਣ ਮੈਂ ਤੈਨੂੰ ਦਿੰਦਾ, ਤੂੰ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ, ਜਿਹੜੇ ਪਹਿਲਾਂ ਫੜਾਏ ਕੀ ਕੀਤੀ ਆ। ਤੇ ਅਮਿਤ ਸ਼ਾਹ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੇਰੇ ਪ੍ਰਸ਼ਾਸਨ ਅਧਿਕਾਰੀ ਝੂਠ ਬੋਲਦੇ ਨੇ। ਤੂੰ ਅਮਿਤ ਸ਼ਾਹ ਜੀ ਤੁਸੀਂ ਭੇਜੇ ਸੀ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਉਹ ਸ਼ਰਾਰਤੀ ਅਨਸਰ, ਤੇ ਜੇਕਰ ਉਹ ਸ਼ਰਾਰਤੀ ਅਨਸਰ ਦੀ ਪੜਤਾਲ ਕਰਾਉਣ ਤੋਂ ਬਾਅਦ ਸਾਰਿਆਂ ਨੂੰ ਨਿਰਦੋਸ਼ ਸਾਬਤ ਕਰ ਦਿਓ ਤੇ ਸਰਸੇ ਤੇ ਕਰੋ ਕੇਸ, ਸੁੱਟੋ ਜੇਲ੍ਹ 'ਚ ਤੇ ਜ਼ਿੰਦਗੀ ਭਰ ਜੇਲ੍ਹ 'ਚੋਂ ਨਾ ਨਿਕਲ ਦਿਓ। ਪਰ ਇਨਕੁਆਇਰੀ ਕੌਣ ਕਰੇ? ਇਨਕੁਆਇਰੀ ਕਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਅਫਸਰ। ਕਿਸਾਨਾਂ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਤੇ ਹਰ ਆਉਣ ਜਾਣ ਵਾਲੇ ਰਸਤੇ ਨੂੰ ਵੀ ਬੰਦ ਕੀਤਾ ਹੋਇਆ ਹੈ ਤੇ ਅਜੇ ਵੀ ਦੇਸ਼ ਦੇ ਕੋਨੇ-ਕੋਨੇ ਤੋਂ ਉੱਠ ਕਿਸਾਨ ਇਸ ਅੰਦੋਲਨ ਵਿੱਚ ਜੁੜ ਰਹੇ ਨੇ। ਕਿਸਾਨ ਨੇਤਾ ਪੰਧੇਰ ਤੋਂ ਸੁਣੋ ਕੀ ਹੈ ਕੁੰਡਲੀ ਬਾਰਡਰ ਦੇ ਤਾਜ਼ਾ ਹਾਲਾਤ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੈਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਬੋਲਦਾ ਜੀ। ਅੱਜ ਅਸੀਂ ਇੱਥੇ ਕੁੰਡਲੀ ਬਾਰਡਰ ਤੇ ਆ ਕੇ ਪਹੁੰਚੇ ਆ, ਤੁਹਾਨੂੰ ਪੂਰੀ ਲੋਕੇਸ਼ਨ ਵੀ ਵਿਖਾ ਦਿੰਦਾ ਮੈਂ। ਅਸੀਂ ਆਪਣਾ 11 ਨੂੰ ਤੁਰੇ ਸੀਗੇ ਤੇ ਕੱਲ 12 ਦੇਰ ਰਾਤ ਇੱਥੇ ਪਹੁੰਚੇ ਆ। ਜਦੋਂ ਅਸੀਂ ਮੇਨ ਜਿਹੜੀ ਪਾਣੀਪਤ ਤੋਂ ਦਿੱਲੀ ਸਿੰਘੂ ਬਾਰਡਰ ਆ ਉਹਦੇ ਸੱਜੇ ਹੱਥ ਰੌਂਗ ਸਾਈਡ ਤੇ ਦਿੱਲੀ ਵੱਲ ਨੂੰ ਜਾਂਦੇ ਆ ਤੇ ਉਹ ਦਿੱਲੀ ਵਿੱਚ ਅਸੀਂ ਇੰਟਰ ਕੀਤੇ। ਸੋ ਦਿੱਲੀ ਵਿੱਚ ਇੰਟਰ ਕਰਦਾ ਇੱਕ ਨਾਕਾ ਸੀ ਜਿਹੜਾ ਉਹ ਦਿੱਲੀ ਪੁਲਿਸ ਦਾ ਸੀ, ਜਦੋਂ ਨਾ ਮੰਨਿਓ ਤੋੜਿਆ। ਜਦੋਂ ਜਿੱਥੋਂ ਮੈਂ ਖੜਾ ਹੈਗਾ ਕੁੰਡਲੀ ਬਾਰਡਰ, ਇਹਦੋਂ 1 ਕਿਲੋਮੀਟਰ ਇੱਧਰ ਸੱਜੇ ਹੱਥ, ਇੱਥੇ ਸਾਨੂੰ ਰੋਕਿਆ ਗਿਆ, ਵੱਡੀ ਬੈਰੀਕੇਡ ਕੀਤੀ ਗਈ, ਨਾਲ ਹੋਰ ਟਰੱਕ 304 ਗੱਡੀਆਂ ਲਾਈਆਂ ਗਈਆਂ, ਸੈਂਕੜਿਆਂ ਦੀ ਤਾਦਾਦ 'ਚ ਫੋਰਸ ਸੀਗੀ। ਪਰ ਜਦੋਂ ਦਬਾਅ ਵੱਧ ਗਿਆ, ਉਹ ਦਬਾਅ ਵਧਣ ਤੋਂ ਬਾਅਦ ਫਿਰ ਸਾਨੂੰ ਇੱਥੇ ਉਹਨਾਂ ਨੇ ਆਪ ਰਾਹ ਦੇ ਦਿੱਤਾ ਦਬਾਅ ਹੇਠ, ਤੋਂ ਅਸੀਂ ਇੱਥੇ ਜਿੱਥੇ ਕੁੰਡਲੀ ਬਾਰਡਰ ਤੇ ਪਹੁੰਚ ਚੁੱਕੇ ਹਾਂ। ਇਹਦੇ ਬਾਵਜੂਦ ਮੈਨੂੰ ਲੱਗਦਾ ਹਜੇ ਸੈਂਕੜੇ ਟਰੈਕਟਰ ਟਰਾਲੀਆਂ ਦਾ ਜਥਾ, ਪਰ ਇਹਦੇ ਬਾਵਜੂਦ ਹਜ਼ਾਰਾਂ ਵਹੀਕਲਾਂ ਦਾ ਟਰੈਕਟਰ ਟਰਾਲੀਆਂ ਦਾ ਜਥਾ ਸਾਡਾ ਉਹ ਮੇਨ ਸੜਕ ਤੋਂ ਦਿੱਲੀ ਦੇ ਵਿੱਚ ਗੁੰਮ ਹੋਇਆ ਪਿਆ ਵਾ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਹੈਗਾ। ਹੁਣ ਅਸੀਂ ਇਸ ਵੇਲੇ ਉਹਨਾਂ ਨੂੰ ਲੈਣ ਜਾਵਾਂਗੇ। ਸੋ ਅੱਜ ਐਡਾ ਵੱਡਾ ਇਕੱਠ ਪੰਜਾਬ ਵਿੱਚੋਂ 2000 ਤੋਂ ਉੱਪਰ ਵਹੀਕਲਾਂ ਦਾ, ਲੱਖਾਂ 'ਚ ਵੀ ਕਹਿ ਲਈਏ ਤਾਂ ਹੈ ਨਹੀਂ, ਹੱਥ ਖਤਰੇ ਨਹੀਂ। ਅਸੀਂ ਮਾਫੀ ਚਾਹਾਂਗੇ ਆਪਣੇ ਕਿਸਾਨਾਂ ਤੋਂ, ਉਹਨਾਂ ਨੂੰ ਅੱਜ ਭੁੱਖੇ ਸੌਣਾ ਪਿਆ ਹੋਊਗਾ, ਰਹਿਣ 'ਚ ਪ੍ਰਬੰਧ ਆਇਆ ਹੋਊਗਾ ਕਿ ਸਾਨੂੰ ਲੱਗ ਜਾਣਾ 1-2 ਦਿਨ ਆਪਣੇ ਪ੍ਰਬੰਧ ਪੂਰੀ ਤਰ੍ਹਾਂ ਕੰਪਲੀਟ ਕਰਦਿਆਂ ਹੋਇਆ। ਸੋ ਇੱਥੇ ਸਾਡਾ ਧਰਨਾ 29 ਨੂੰ ਅਸੀਂ ਇੰਟਰ ਹੋਏ ਸੀ। 29 ਤੋਂ ਕੁੰਡਲੀ ਬਾਰਡਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਲਗਾਤਾਰ ਜਾਰੀ ਆ। ਸੋ ਇਹ ਲਗਾਤਾਰ ਜਾਰੀ ਹੋਊਗਾ। ਪ੍ਰਧਾਨ ਮੰਤਰੀ ਜੀ ਫਿਰ ਕੀ ਬੋਲ ਰਹੇ ਨੇ? ਉਹਨਾਂ ਨੇ ਕਿਹਾ ਕਿ ਅਸੀਂ ਖੇਤੀ ਵਿੱਚ ਨਿੱਜੀ ਨਿਵੇਸ਼ ਕਰਾਵਾਂਗੇ। ਖੇਤੀ ਪਹਿਲੋਂ ਨਿੱਜੀ ਆ, ਉਹਦੇ ਅਰਥ ਇਹ ਨਿਕਲਦੇ ਆ ਵੀ ਖੇਤੀ ਸੈਕਟਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਾਖਲਾ ਹੋਰ ਵਧਾਇਆ ਜਾਊਗਾ। ਸੋ ਇਹ ਕੁਝ ਸਾਡੇ ਸਾਹਮਣੇ ਆ ਰਹੇ ਆ। ਸੋ ਪ੍ਰਧਾਨ ਮੰਤਰੀ ਜੀ ਸਵੈਮ ਅੱਗੇ ਆਉਣ ਤੇ ਉਹ ਇਹ ਮਸਲੇ ਨੂੰ ਨਿਪਟਾਉਣ। ਖੇਤੀ ਦੇ 3 ਕਾਨੂੰਨ, ਉਹਦੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ, ਪਰਾਲੀ ਐਕਟ, ਉਹਦੇ ਨਾਲ ਬਿਜਲੀ ਸੋਧ ਬਿੱਲ 2020, ਇਹ ਸਾਰੀਆਂ ਮੰਗਾਂ ਪ੍ਰਵਾਨ ਕਰਨ। ਸ਼ਾਇਦ BJP ਨੂੰ ਪਿੱਛੇ ਹਟਣ ਦੇ ਵਿੱਚ ਕੋਈ ਸਮੱਸਿਆ ਆ ਰਹੀ ਆ। ਸੋ ਜਿਹੜੇ ਸਰਕਾਰ ਦੇਸ਼ ਦੇ ਲੋਕਾਂ ਦੀ ਗੱਲ ਸੁਣਦੀ ਹੁੰਦੀ ਆ, ਉਹ ਕਦੀ ਨਿੱਕੀ ਨਹੀਂ ਹੁੰਦੀ, ਵੱਡੀ ਹੁੰਦੀ ਆ। ਸੋ ਉਹਨਾਂ ਨੂੰ ਭਾਰਤ ਦੇ ਲੋਕਤੰਤਰ ਦਾ ਸਨਮਾਨ ਕਰਨਾ ਚਾਹੀਦਾ। ਤੇ ਦੂਜੇ ਪਾਸੇ ਟੀਕਰੀ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਨਾਲ ਹੋਰ ਕਈ ਕਿਸਾਨ ਟਰਾਲੀਆਂ ਪਰ ਪਹੁੰਚੇ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਤਿਆਰੀ ਖਿੱਚ ਲਈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਸੋਚਦੀ ਹੋਵੇਗੀ ਕਿ ਕਿਸਾਨਾਂ ਨੂੰ ਝੁਕਾ ਦੇਵਾਂਗੇ, ਪਰ ਕਿਸਾਨ ਨਾ ਕਦੀ ਝੁਕੇ ਨੇ ਤੇ ਨਾ ਕਦੀ ਰੁਕੇ ਨੇ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਗੁੰਮਰਾਹ ਨਾ ਕਰੇ, ਸਗੋਂ ਜਲਦ ਤੋਂ ਜਲਦ ਕਿਸਾਨਾਂ ਦੇ ਹੱਕ ਦਿੱਤੇ ਜਾਣ। वैसा ही जोश है या उससे और बढ़ गया? उससे भी डबल है जी। नींद कहाँ उनकी आंखों में जो धुन के मतवाले हैं, और गति और भी बढ़ती है जब पड़ते पैरों में छाले। ये मोदी सरकार कदे न्यूज सोचती हो कि किसान झुक जाएंगे। किसान न तो कभी रुका है न कभी झुका है। हम बड़े बड़े आंधी तूफानों से टकरा करके यहाँ तक पहुँचे हैं, और अगर हमारी मांगे ये काले कानून वापस नहीं लिए तो हम संसद भवन तक भी जाएंगे
और वहाँ जाएंगे नहीं, अपना हक हम अब तो हाथ जोड़ के कह रहे हैं हमारा हक दे दो हमें, फिर हक हमें छीनना आता हम छीनेंगे। मोदी जी किसान से दुनिया का अन्नदाता है और उसको आज आपने भिखारी बना के रोडों पर खड़ा कर दिया। ये हिंदुस्तान के लिए और आपके लिए, हिंदुस्तान के प्रत्येक किसान को डराना धमकाना ये आपके लिए शोभनीय बात नहीं है। झूठ बोलकर आपने सत्ता हासिल करी। हमारे हरियाणा में एक कहावत है कि काट के अंडे एक बार चढ़ती है बार बार नहीं। आपने तो 2 बार इस भोली भाली जनता को गुमराह करके बुढ़ा चुपड़ा के, कभी 15 लाख का, कभी बेटी बचाओ बेटी पढ़ाओ, कभी कुछ, ये झूठे प्रलोभन दे के आपने हमारे किसानों को लूटा है, छीना। लेकिन अब किसान समझ चुका है, भोला ढोला किसान अब जागरूक हो चुका है और हमारा पंजाब हरियाणा और तमाम हिंदुस्तान का किसान, सबसे ज़्यादा भूमिका हरियाणा पंजाब की है और पंजाब वाले भाइयों ने जो संघर्ष कराया इनका संघर्ष जाया नहीं जाने देंगे हम। ये हमारे बड़े भाई हैं, हम इनके छोटे हैं और जो हमें ये हमारा पसीना जहाँ पर मांगेंगे हम हमारा खून वहाँ देंगे। ਕਿਸਾਨਾਂ ਦੇ ਹੱਕ 'ਚ ਉਤਰੇ ਡੀਆਈਜੀ ਲਖਮਿੰਦਰ ਸਿੰਘ ਨੇ ਆਪਣੀ ਸਰਕਾਰੀ ਨੌਕਰੀ ਤਿਆਗ ਦਿੱਤੀ ਹੈ ਤੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਭਾਰਤ ਦਾ ਕਿਸਾਨ ਪਰੇਸ਼ਾਨ ਹੈ, ਉਹ ਇਹਨਾਂ ਠੰਡੀਆਂ ਰਾਤਾਂ ਦੇ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਮੈਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ, ਜਿਸ ਚੱਲਦੇ ਡੀਆਈਜੀ ਲਖਮਿੰਦਰ ਸਿੰਘ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਤੇ ਪਿਛਲੇ 3-4 ਮਹੀਨਿਆਂ ਤੋਂ ਇਹ ਸਾਰਾ ਸਮਾਜ, ਕਿਸਾਨੀ ਸਮਾਜ ਡਿਸਟਰਬ ਹੋਇਆ ਬੈਠਾ ਹੈ। ਪਹਿਲਾਂ ਇਹ ਪੰਜਾਬ ਦੇ ਅੰਦਰ ਰੇਲਵੇ ਲਾਈਨਾਂ ਤੇ ਬੈਠੇ ਰਹੇ ਹੈ, ਉਦੋਂ ਕਿਸੇ ਨੇ ਸਾਰ ਨਹੀਂ ਪੁੱਛੀ ਔਰ ਉਸ ਤੋਂ ਬਾਅਦ ਹੁਣ ਪਿਛਲੇ 18 ਦਿਨਾਂ ਤੋਂ ਦਿੱਲੀ ਬੈਠੇ ਹਨ। ਦਿੱਲੀ ਦੇ ਵਿੱਚ ਲੋਕ ਕਹਿ ਰਹੇ ਵੀ ਪੰਜਾਬ ਦਾ ਕਿਸਾਨ ਹੈ, ਨਹੀਂ, ਹੁਣ ਉੱਥੇ ਯੂਪੀ ਦਾ, ਬਿਹਾਰ ਦਾ, ਰਾਜਸਥਾਨ ਦਾ, ਹੋਰ ਸਟੇਟਾਂ ਦੇ ਕਿਸਾਨ ਵੀ ਉੱਥੇ ਪਹੁੰਚ ਚੁੱਕੇ ਹਨ। ਇਸ਼ੂ ਇਹ ਹੈ ਵੀ ਕਿਸਾਨ ਨੂੰ ਜਿਹੜੀ ਉਹਦੀ ਜਿੰਸ ਹੈ ਉਹਦੇ ਰੇਟ ਸਹੀ ਨਹੀਂ ਮਿਲ ਰਹੇ ਤੇ ਉੱਤੋਂ ਇਹੋ ਜਿਹੇ ਕਾਨੂੰਨ ਮਿਲਣਗੇ। ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਵੀ ਜਿਵੇਂ ਹੁਣ ਪੰਜਾਬ ਵਿੱਚ 1900 ਦੇ ਆਸ-ਪਾਸ ਝੋਨਾ ਕਣਕ ਵਿਕਦੀ ਸੀ, ਤਾਂ ਜੇ ਬਿਹਾਰ ਦੇ ਕਿਸਾਨ ਜਾਂ ਯੂਪੀ ਦੇ ਕਿਸਾਨ ਟਰੱਕਾਂ ਦੇ ਟਰੱਕ ਭਰ ਕੇ ਪੰਜਾਬ 'ਚ ਲਿਆ ਰਹੇ ਹੈ ਤਾਂ ਉਹਨਾਂ ਨੂੰ ਨੈਸ਼ਨਲ ਮਾਰਕੀਟ ਦਾ ਜਿਹੜਾ ਕਿਹਾ ਜਾ ਰਿਹਾ ਕੀ ਫਾਇਦਾ ਹੈ ਜੇ ਕਿਸਾਨ ਨੂੰ ਉਹਦੇ ਬੂਹੇ 'ਤੇ, ਉਹਦੇ ਘਰ ਦੇ ਬਾਹਰ ਮਾਰਕੀਟ ਹੋਵੇ, ਉਹਦੇ ਪਿੰਡ 'ਚ, ਉਹਦੇ ਸ਼ਹਿਰ 'ਚ ਮਾਰਕੀਟ ਹੋਵੇ ਜਿੱਥੇ ਉਹਨੂੰ ਜੈਨੂਅਨ ਪ੍ਰਾਈਸ ਜਿਹੜਾ MSP ਮਿਲੇ, ਤਾਂ ਉਹ ਉੱਥੋਂ ਯੂਪੀ 'ਚੋਂ ਜਾਂ ਬਿਹਾਰ ਤੋਂ ਪੰਜਾਬ ਕਿਉਂ ਲੈ ਕੇ ਆਊਗਾ? ਕਿਸਾਨ ਨਹੀਂ ਲੈ ਕੇ ਆਊਗਾ, ਉਹ ਕੋਈ ਹੋਰ ਲੈ ਕੇ ਆਊਗਾ। ਇਸ ਵਾਸਤੇ ਪੰਜਾਬ ਵਿੱਚ ਬੜਾ ਇਹ ਰੌਲਾ ਵੀ ਪਿਆ ਸੀ ਵੀ ਕਿਉਂ ਇਹ। ਅਤੇ ਜੇ ਕਿਸਾਨ ਨੂੰ ਜਿਹੜਾ ਕਿ ਅੰਨਦਾਤਾ ਹੈ, ਆਪਾਂ ਹਰ ਵਕਤ, ਹਰ ਘੰਟੇ ਬਾਅਦ ਜਾਂ 2 ਘੰਟੇ ਬਾਅਦ ਜੋ ਵੀ ਆਪਾਂ ਚੀਜ਼ ਖਾਂਦੇ ਪੀਂਦੇ ਹਾਂ ਉਹ ਕਿਸਾਨ ਦੀ ਪੈਦਾ ਕੀਤੀ ਹੋਈ ਹੈ, ਭਾਵੇਂ ਕਿਸਾਨ ਗੁਜਰਾਤ ਦਾ ਹੋਵੇ ਜਾਂ ਕਸ਼ਮੀਰ ਦਾ ਹੋਵੇ ਜਾਂ ਪੰਜਾਬ ਦਾ ਹੋਵੇ, ਕਿਸਾਨ ਕਮਿਊਨਿਟੀ ਹੈ ਜਿਹੜੀ ਇਹਨਾਂ ਦੀ ਸਮੱਸਿਆ ਹੈ। ਅਤੇ ਜੇ ਇਹੋ ਜਿਹੇ ਕਾਨੂੰਨ ਹੋਰ ਥੋਪੇ ਜਾਣਗੇ ਤਾਂ ਮੇਰਾ ਖਿਆਲ ਹੈ ਇਹ ਕਿਸਾਨੀ ਦੇ ਹੋਰ ਵੀ ਐਡਵਰਸ ਰਿਜ਼ਲਟ ਇਹਦੇ ਆਉਣਗੇ। ਇਹ ਤਾਂ ਪ੍ਰੈਕਟੀਕਲੀ ਜਿਹੜੇ ਰਿਜ਼ਲਟ ਹੈ ਉਹ ਬਿਹਾਰ 'ਚ, ਯੂਪੀ 'ਚ ਆਲਰੇਡੀ ਆ ਚੁੱਕੇ ਹੈ। ਇਸ ਲਈ ਇਹ ਠੀਕ ਨਹੀਂ ਹੈ। ਜਿਹੜੇ ਲੋਕ ਪ੍ਰੋਪੋਗੇਟ ਕਰ ਰਹੇ ਵੀ ਜੀ ਇਹ ਹਿੱਤ 'ਚ ਉਹ ਗਲਤ ਕਰ ਰਹੇ ਹੈ। ਅਤੇ ਹੁਣ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹ ਪੜ੍ਹੀ ਲਿਖੀ ਹੈ, ਉਹ ਸਮਝਦਾਰ ਹੈ, ਉਹਨਾਂ ਨੇ ਪੂਰੀ ਰਿਸਰਚ ਕਰਕੇ, ਪੂਰੀ ਆਪਦੇ ਡਾਕੂਮੈਂਟੇਸ਼ਨ ਪੜ੍ਹ ਕੇ ਸਾਰੇ ਫਿਰ ਇਹ ਗੱਲ ਚੱਕੀ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੀ ਨਵੀਂ ਰਣਨੀਤੀ ਤਹਿਤ ਦਿੱਲੀ ਦੇ ਨਾਲ-ਨਾਲ ਬਾਕੀ ਬਾਰਡਰਾਂ ਨੂੰ ਵੀ ਬੰਦ ਕੀਤਾ ਜਾਵੇਗਾ। ਪਰ ਇਹਨਾਂ ਸਾਰੇ ਵਿਰੋਧ ਪ੍ਰਦਰਸ਼ਨਾਂ 'ਚ ਇੱਕ ਰਾਹਤ ਵਾਲੀ ਗੱਲ ਇਹ ਰਹੀ ਕਿ ਬੀਤੀ ਰਾਤ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਦਾ ਚਿੱਲਾ ਬਾਰਡਰ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਨੋਇਡਾ ਦਿੱਲੀ ਲਿੰਕ ਰੋਡ ਤੇ ਆਵਾਜਾਈ ਮੁੜ ਤੋਂ ਬਹਾਲ ਹੋ ਗਈ ਹੈ। ਤੇ ਇਹ ਸੀ ਕਿਸਾਨੀ ਅੰਦੋਲਨ ਦੇ 18ਵੇਂ ਦਿਨ ਦੀ ਖਾਸ ਰਿਪੋਰਟ। ਹੁਣ ਕਿਸਾਨੀ ਅੰਦੋਲਨ ਕੀ ਰੁਖ ਇਖਤਿਆਰ ਕਰਦਾ ਹੈ? ਕਿਸਾਨ ਤੇ ਸਰਕਾਰ ਹੋਰ ਕਿੰਨੇ ਦਿਨ ਆਪੋ ਆਪਣੀ ਜ਼ਿੱਦ ਤੇ ਅੜੇ ਰਹਿੰਦੇ ਨੇ? ਇਹ ਸਾਰੀ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।